ਸਮਰੱਥ ਡੋਲਨ ਤੇ ਰਾਖੋ ਪ੍ਰਭੂ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪਉ ਕਿਹਾ ਕਾੜਾ ਜੀਓ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪਉ ਕਿਹਾ ਕਾੜਾ ਜੀਓ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੈ ਜਾਂ ਐਸੇ ਬੁਝੀਆ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾ ਕਾ ਅੰਤਰਜਾਮੀ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾ ਕਾ ਅੰਤਰਜਾਮੀ ਸੋਏ ਅਚਿੰਤਾ ਜਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਿਰੜਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਿਰੜਾਇਆ ਕਵਨ ਵਡਾਈ ਕਹਿ ਸਕੂੰ ਬੇਅੰਤ ਗੁਣੀਤਾ ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰ ਸਰੀਤਾ ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰ ਸਰੀਤਾ ਜੁਗੋ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਏਮਾਨ ਗਰੀਬ ਨਵਾਜ ਸਤਿਗੁਰੂ ਭਗਤ ਵਚਲ ਪਤਿਤ ਪਾਵਨ ਕਰੁਣਾ ਨਿਦਾਨ ਉਪਮਾ ਮਹਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਜੁੜ ਬੈਠੀ ਸਨਮਾਨ ਸਤਿਕਾਰਯੋਗ ਗੁਰੂ ਰੂਪ ਗੁਰੂ ਕੀ ਸਾਜੀ ਔਰ ਨਿਵਾਜੀ ਸਾਧ ਸੰਗਤ ਸਤਿਗੁਰੂ ਜੀ ਨੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ ਹਨ। ਗੁਰੂ ਕੇ ਦਰਬਾਰ ਵਿਖੇ ਗੁਰੂ ਕੀ ਗੋਦ ਵਿਖੇ ਪਾਵਨ ਹਜ਼ੂਰੀ ਵਿਖੇ ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਮਿਲਿਆ ਹੈ।
ਔਰ ਸਾਹਿਬ ਵੱਲੋਂ ਬਖਸ਼ਿਸ਼ ਕੀਤੀਆਂ ਹੋਈਆਂ ਇਹਨਾਂ ਘੜੀਆਂ ਨੂੰ ਗੁਰਬਾਣੀ ਕੀਰਤਨ ਦੇ ਰਾਹੀਂ ਆਪ ਜੀ ਨੇ ਸਫਲ ਬਣਾਉਣ ਦਾ ਯਤਨ ਕੀਤਾ ਹੈ, ਉਦਮ ਕੀਤਾ ਹੈ। ਗੁਰਦੁਆਰਾ ਹਰ ਕੀਰਤਨ ਸੁਣੀਐ, ਸਤਿਗੁਰ ਭੇਟ ਹਰ ਜਸ ਮੁਖ ਭਣੀਐ। ਕਲ ਕਲੇਸ਼ ਮਿਟਾਏ ਸਤਿਗੁਰ, ਹਰ ਦਰਗਾ ਦੇਵੈ ਮਾਨਾ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ, ਤਿਸ ਜਮ ਦੁਖ ਨਿਕਟ ਨਹੀਂ ਆਵੈ। ਇੱਦਾਂ ਦੇ ਬਾਣੀ ਅੰਦਰ ਬੇਅੰਤ ਪ੍ਰਮਾਣ ਸ਼ਬਦ ਹਨ, ਜਿਨ੍ਹਾਂ ਰਾਹੀਂ ਸਤਿਗੁਰੂ ਜੀ ਨੇ ਕੀਰਤਨ ਭਗਤੀ ਦੀ ਉਪਮਾ ਕੀਤੀ ਹੈ, ਵਡਿਆਈ ਕੀਤੀ ਹੈ। ਔਰ ਸਤਿਗੁਰੂ ਜੀ ਐਸੇ ਵੀ ਬਚਨ ਕਹਿੰਦੇ ਨੇ ਕਿ ਇਸ ਜੀਵਨ ਨੂੰ ਸਫਲ ਬਣਾਉਣ ਦੇ ਲਈ ਔਰ ਜੀਵਨ ਦੇ ਕਾਰਜਾਂ ਨੂੰ ਸਫਲ ਬਣਾਉਣ ਦੇ ਲਈ ਲੋਕ ਕਈ ਤਰ੍ਹਾਂ ਦੇ ਯਤਨ ਕਰਦੇ ਨੇ, ਉਦਮ ਕਰਦੇ ਹਨ, ਕਰਮ ਔਰ ਕਰਮ ਕਾਂਡ ਕਰਦੇ ਨੇ। ਪਰ ਸਭ ਤੋਂ ਉੱਤਮ ਯਤਨ ਹੈ, ਉੱਤਮ ਕਰਮ ਹੈ ਕੀਰਤਨ, ਜਿਹਦੇ ਰਾਹੀਂ ਬਹੁਤ ਸੁਖੈਨ, ਬਹੁਤ ਸੌਖਾ ਇਹ ਜੀਵਨ ਨੂੰ ਸਫਲ ਬਣਾਇਆ ਜਾ ਸਕਦਾ ਹੈ। ਉਹਨਾਂ ਦੇ ਬਚਨ ਹਨ, ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ, ਜਿਤ ਛੂਟੈ। ਔਰ ਕੀਰਤਨ ਤੋਂ ਉਪਰੰਤ ਹੈ ਕਥਾ। ਕੀਰਤਨ ਦੇ ਰਾਹੀਂ ਅਸੀਂ ਸ਼ਬਦਾਂ ਦਾ ਗਾਇਨ ਕਰਦੇ ਹਾਂ, ਸ਼ਬਦਾਂ 'ਚ ਸੁਰਤ ਨੂੰ ਜੋੜਦੇ ਹਾਂ, ਤੇ ਕਥਾ ਦੇ ਰਾਹੀਂ ਅਸੀਂ ਜੋ ਸ਼ਬਦਾਂ ਰੂਪੀ ਭਾਂਡੇ ਅੰਦਰ ਸਤਿਗੁਰੂ ਜੀ ਨੇ ਪਾਵਨ ਉਪਦੇਸ਼, ਸੰਦੇਸ਼, ਗਿਆਨ ਸਾਨੂੰ ਬਖਸ਼ਿਆ ਹੈ, ਵਿਚਾਰ ਦੇ ਰਾਹੀਂ ਉਸ ਉਪਦੇਸ਼ ਨੂੰ ਆਪਾਂ ਖੋਲ੍ਹਣ ਤੇ ਸਮਝਣ ਦਾ ਉਦਮ ਕਰਦੇ ਹਾਂ, ਯਤਨ ਕਰਦੇ ਹਾਂ। ਇਸ ਕਰਕੇ ਜਿੱਥੇ ਕੀਰਤਨ ਦੀ ਮਹਿਮਾ ਗਾਇਨ ਕੀਤੀ ਗਈ ਹੈ, ਕਥਨ ਕੀਤੀ ਗਈ ਹੈ, ਉੱਥੇ ਕਥਾ ਦੀ ਵੀ ਸਤਿਗੁਰੂ ਜੀ ਨੇ ਬੇਅੰਤ ਵਡਿਆਈ ਬਾਣੀ 'ਚ ਵਰਣਨ ਕੀਤੀ ਹੈ। ਵਿਚਾਰ ਦੀ ਵੀ ਬੇਅੰਤ ਉਪਮਾ ਸਾਨੂੰ ਸਮਝਾਈ ਹੈ। ਆਪਾਂ ਸੁਖਮਨੀ ਸਾਹਿਬ 'ਚ ਹਜ਼ੂਰ ਦੇ ਬਚਨ ਪੜ੍ਹਦੇ ਹਾਂ, ਜਿੱਥੇ ਮਹਾਰਾਜ ਕਹਿੰਦੇ, ਪਾਰ ਜਾਤ ਇਹ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਇੱਕ ਜਗ੍ਹਾ ਮਹਾਰਾਜ ਜੀ ਦੇ ਬਚਨ ਹਨ, ਜਿਨੀ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋਨ ਵਿਚਾਰ। ਜਿਨ੍ਹਾਂ ਨੇ ਪੂਰੇ ਗੁਰੂ ਨੂੰ ਨਹੀਂ ਸੇਵਿਆ ਤੇ ਗੁਰੂ ਦੇ ਸ਼ਬਦ ਨੂੰ ਜਿਨ੍ਹਾਂ ਨੇ ਵਿਚਾਰਿਆ ਨਹੀਂ ਹੈ, ਉਹਨਾਂ ਮਨੁੱਖਾਂ ਦੀ ਹਾਲਤ ਕੀ ਹੈ। ਜਿਨੀ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋਨ ਵਿਚਾਰ। ਓਏ ਮਾਨਸ ਜੋਨ ਨਾ ਆਖੀਨ, ਪਸ਼ੂ ਢੋਰ ਗਵਾਰ। ਉਹ ਕਾਹਦੇ ਬੰਦੇ ਹਨ? ਮਨੁੱਖ ਹਨ, ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਕਦੇ ਵਿਚਾਰਿਆ ਹੀ ਨਹੀਂ ਹੈ, ਕਦੇ ਸਮਝਿਆ ਹੀ ਨਹੀਂ ਹੈ। ਸੋ ਸਤਿਗੁਰੂ ਜੀ ਦੀਆਂ ਬੇਅੰਤ ਰਹਿਮਤਾਂ ਹਨ। ਆਪਾਂ ਗੁਰੂ ਗੋਦ 'ਚ ਜੁੜ ਕੇ ਨਿਤਾ ਪ੍ਰਤੀ ਕੀਰਤਨ ਦਾ ਵੀ ਆਨੰਦ ਮਾਣਦੇ ਹਾਂ। ਆਪਾਂ ਗੁਰੂ ਕੇ ਸ਼ਬਦ ਦੀ ਵਿਚਾਰ ਕਥਾ ਦੇ ਨਾਲ ਵੀ ਜੁੜਦੇ ਹਾਂ, ਔਰ ਜੋ ਜੋ ਸਤਿਗੁਰੂ ਜੀ ਨੇ ਸਾਨੂੰ ਦਾਤਾਂ ਬਖਸ਼ੀਆਂ ਨੇ, ਉਹਨਾਂ ਨੂੰ ਸਮਝਣ ਤੇ ਅੰਦਰ ਵਸਾਉਣ ਦਾ ਯਤਨ ਕਰਦੇ ਹਾਂ। ਸੋ ਆਓ ਗੁਰਮਤਿ ਵਿਚਾਰ ਦੀ, ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਦੀ ਵਿਚਾਰ ਦੀ ਆਰੰਭਤਾ ਕਰੀਏ। ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਕੋਈ ਰਸਨਾ ਵਾਂਝੀ ਨਾ ਰਵੇ, ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਪੰਥ ਦੇ ਮਹਾਨ ਸਿਰਮੌਰ ਔਰ ਸ਼੍ਰੋਮਣੀ ਵਿਦਵਾਨ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ, ਉਹਨਾਂ ਨੇ ਆਪਣੀ 37 ਨੰਬਰ ਵਾਰ ਅੰਦਰ 4 ਪੌੜੀਆਂ ਸਾਡੇ ਪਰਿਵਾਰਕ ਜੀਵਨ ਨੂੰ ਮੁੱਖ ਰੱਖਦੇ ਹੋਏ
ਉਚਾਰਨ ਕੀਤੀਆਂ ਹਨ, ਜਿਨ੍ਹਾਂ ਦੀ ਵਿਚਾਰ ਦੀ ਲੜੀ ਆਪਾਂ ਆਰੰਭੀ ਹੈ। ਪਹਿਲੀਆਂ 2 ਪੌੜੀਆਂ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ ਹੈ। ਇਦੋਂ ਅੱਗੇ ਵਿਚਾਰ ਦੀ ਲੜੀ ਅੱਜ ਆਪਾਂ ਜੋੜਾਂਗੇ, ਵਿਚਾਰ ਕਰਾਂਗੇ, ਕਿਉਂਕਿ ਸਾਡੇ ਜੀਵਨ ਦੇ ਜੋ ਵੱਖਰੇ ਵੱਖਰੇ ਪਹਿਲੂ ਹਨ, ਗੁਰੂ ਮਹਾਰਾਜ ਨੇ ਹਰ ਪਹਿਲੂ, ਹਰ ਪੱਖ ਨੂੰ ਸਾਹਮਣੇ ਰੱਖ ਕੇ ਸਾਨੂੰ ਗੁਰਮਤਿ ਉਪਦੇਸ਼ ਬਖਸ਼ਿਸ਼ ਕੀਤੇ ਨੇ, ਤਾਂ ਕਿ ਅਸੀਂ ਇੱਕ ਚੰਗੇ ਇਨਸਾਨ ਬਣ ਕੇ ਸਮਾਜ ਅੰਦਰ ਵਿਚਰੀਏ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਬਖੂਬੀ ਨਿਭਾਈਏ ਤੇ ਸੰਸਾਰ ਦੀਆਂ ਜ਼ਿੰਮੇਵਾਰੀਆਂ ਵੀ ਸੋਹਣੇ ਤਰੀਕੇ ਦੇ ਨਾਲ ਨਿਭਾਈਏ। ਉਹਦੇ ਲਈ ਸਾਨੂੰ ਗੁਰੂ ਕੀ ਬਾਣੀ 'ਚੋਂ ਗਿਆਨ ਉਪਦੇਸ਼ ਪ੍ਰਾਪਤ ਹੁੰਦਾ ਹੈ ਤੇ ਸਾਡਾ ਫਰਜ਼ ਇਹ ਬਣਦਾ ਹੈ ਕਿ ਸੁਣ ਉਪਦੇਸ਼ ਹਿਰਦੈ ਵਸਾਵੋ, ਮਨ ਇੱਛੇ ਸਗਲੇ ਫਲ ਪਾਵੋ। ਆਪਾਂ ਗੁਰੂ ਸਾਹਿਬ ਦੇ ਉਹਨਾਂ ਉਪਦੇਸ਼ਾਂ ਨੂੰ ਮਨ 'ਚ, ਹਿਰਦੇ 'ਚ ਵਸਾਈਏ। ਭਾਈ ਗੁਰਦਾਸ ਸਾਹਿਬ ਜੀ ਇਹਨਾਂ ਬਚਨਾਂ ਦੇ ਰਾਹੀਂ ਗੱਲ ਕਰਦੇ ਹਨ ਮਾਤਾ ਪਿਤਾ ਦੀ, ਔਰ ਗੱਲ ਕਰਦੇ ਹਨ ਪੁੱਤਰ ਦੀ, ਨੂੰਹ ਦੀ। ਤੇ ਇਹ ਜਿਹੜਾ ਮਾਤਾ ਪਿਤਾ ਤੇ ਪੁੱਤਰ ਦਾ ਰਿਸ਼ਤਾ ਹੈ, ਜਾਂ ਸੱਸ ਸਹੁਰੇ ਤੇ ਨੂੰਹ ਦਾ ਜਿਹੜਾ ਰਿਸ਼ਤਾ ਹੈ, ਸਾਡੇ ਪਰਿਵਾਰਕ ਜੀਵਨ ਦਾ ਸਭ ਤੋਂ ਅਹਿਮ ਰਿਸ਼ਤਾ ਹੈ। ਤੇ ਵੇਖੋ, ਭਾਵੇਂ ਸਾਡੇ ਬੜੇ ਮਿੱਤਰ ਸੱਜਣ ਜੀਵਨ 'ਚ ਆਉਂਦੇ ਨੇ, ਬਣਦੇ ਨੇ, ਵਿਛੜਦੇ ਵੀ ਹਨ, ਪਰ ਇਹ ਜਿਹੜਾ ਰਿਸ਼ਤਾ ਹੈ ਬਹੁਤ ਸੂਖਸ਼ਮ ਰਿਸ਼ਤਾ ਹੈ। ਮਾਤਾ ਪਿਤਾ ਤੇ ਔਲਾਦ ਦਾ ਰਿਸ਼ਤਾ ਜਾਂ ਪਤੀ ਪਤਨੀ ਦਾ ਰਿਸ਼ਤਾ, ਇਹਨਾਂ ਰਿਸ਼ਤਿਆਂ ਦਾ ਸੋਹਣਾਪਨ ਹੀ ਸਾਡੇ ਘਰ ਨੂੰ ਸਵਰਗ ਬਣਾਉਂਦਾ ਹੈ। ਇਹਨਾਂ ਰਿਸ਼ਤਿਆਂ ਦੀਆਂ ਨਿਭਾਈਆਂ ਹੋਈਆਂ ਜ਼ਿੰਮੇਵਾਰੀਆਂ ਸਾਡੇ ਘਰ ਅੰਦਰ ਸਰਬ ਸੁੱਖ ਪ੍ਰਦਾਨ ਕਰਦੀਆਂ ਨੇ, ਤੇ ਇਹਨਾਂ ਰਿਸ਼ਤਿਆਂ ਪ੍ਰਤੀ ਕੀਤੀ ਹੋਈ ਲਾਪਰਵਾਹੀ, ਬੇਵਿਸ਼ਵਾਸੀ ਸਾਡੇ ਘਰਾਂ ਨੂੰ ਨਰਕ ਵੀ ਬਣਾਉਂਦੀ ਹੈ। ਜੇ ਤੇ ਪਿਆਰ ਹੈ ਪਰਿਵਾਰ ਦੇ 4 ਜੀਆਂ 'ਚ, ਤੇ ਫਿਰ ਸਮਝੋ ਘਰ ਸਵਰਗ ਹੈ। ਤੇ ਜੇ ਘਰ ਪਰਿਵਾਰ 'ਚ ਇਤਫਾਕ ਨਹੀਂ ਹੈ, ਪਿਆਰ ਨਹੀਂ ਹੈ, ਤੇ ਫਿਰ ਬੰਦਾ ਨਰਕ ਹੀ ਭੋਗ ਰਿਹਾ ਹੈ। ਇਦੋਂ ਵੱਧ ਹੋਰ ਕੀ ਹੈ? ਜੇ ਕਦੇ ਪਿਤਾ ਦੀ ਪੁੱਤਰ ਦੇ ਨਾਲ ਲੜਾਈ, ਨੂੰਹ ਦੀ ਸੱਸ ਦੇ ਨਾਲ ਲੜਾਈ, ਪਤੀ ਦੀ ਪਤਨੀ ਦੇ ਨਾਲ ਲੜਾਈ, ਜੇ ਇੱਦਾਂ ਹੀ ਸਾਰਾ ਕੁਝ ਚੱਲਦਾ ਰਹਿੰਦਾ ਹੈ ਘਰ 'ਚ, ਤੇ ਉਹ ਘਰ ਨਰਕ ਤੋਂ ਵੱਧ ਕੇ ਕੁਝ ਨਹੀਂ ਹੈ। ਹੋਰ ਕੋਈ ਨਰਕ ਨਹੀਂ ਹੈ। ਇਹ ਜ਼ਿੰਦਗੀ 'ਚ ਹੀ ਆਪਾਂ ਨਰਕ ਤੇ ਸਵਰਗ ਭੋਗਦੇ ਹਾਂ। ਅੱਗੇ ਦੇ ਨਰਕਾਂ ਸਵਰਗਾਂ ਦੀ ਤੇ ਕੇਵਲ ਇੱਕ ਕਲਪਨਾ ਹੈ, ਬਾਕੀ ਤੇ ਸਾਰਾ ਕੁਝ ਸਾਡੀ ਜ਼ਿੰਦਗੀ 'ਚ ਹੀ ਹੈ, ਜੀਵਨ ਦੇ ਵਿੱਚ ਹੀ ਹੈ। ਔਰ ਜੀਵਨ ਦੇ ਵਿੱਚ ਕੋਈ ਨਰਕ ਭੋਗਦਾ ਹੈ, ਕੋਈ ਸਵਰਗ ਭੋਗਦਾ ਹੈ, ਉਹ ਸਾਡੇ ਆਪਣੇ ਕਰਮਾਂ ਤੇ, ਇਤਫਾਕ ਤੇ, ਪਿਆਰ ਤੇ ਖੜਾ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੀਆਂ ਗੱਲਾਂ ਸਾਨੂੰ ਸਮਝਾਈਆਂ ਨੇ, ਜੇ ਆਪਾਂ ਉਹਨਾਂ ਵਿਚਾਰਾਂ ਨੂੰ, ਉਹਨਾਂ ਗੱਲਾਂ ਨੂੰ ਆਪਣੇ ਜੀਵਨ 'ਚ ਸਮਝ ਕੇ ਚੱਲੀਏ, ਇੱਕ ਪਿਤਾ ਦੇ ਆਪਣੇ ਫਰਜ਼ ਨੇ, ਇੱਕ ਮਾਂ ਦੇ ਆਪਣੇ ਫਰਜ਼ ਹਨ, ਪੁੱਤਰ ਦੇ ਆਪਣੇ ਫਰਜ਼ ਹਨ, ਔਰ ਨੂੰਹ ਦੇ ਆਪਣੇ ਫਰਜ਼ ਹਨ, ਪਤੀ ਦੇ ਆਪਣੇ ਫਰਜ਼ ਹਨ, ਪਤਨੀ ਦੇ ਆਪਣੇ ਫਰਜ਼, ਜ਼ਿੰਮੇਵਾਰੀਆਂ ਹਨ। ਜੇ ਹਰ ਪਰਿਵਾਰ ਦਾ ਜੀ ਆਪਣੇ ਆਪਣੇ ਫਰਜ਼ਾਂ, ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਹੋਵੇ ਤੇ ਇਮਾਨਦਾਰ ਹੋਵੇ, ਫਿਰ ਤਾਂ ਕੋਈ ਬਖੇੜਾ ਨਹੀਂ ਪੈਂਦਾ ਹੈ। ਪਰ ਜੇ ਘਰ ਪਰਿਵਾਰ ਦਾ ਇੱਕ ਜੀ ਵੀ ਇੱਦਾਂ ਦਾ ਹੈ, ਸਾਰਿਆਂ ਦੀ ਲੋੜ ਨਹੀਂ, ਕੋਈ ਇੱਕ ਹੀ ਘਰ 'ਚ ਜੀ, ਅਕਸਰ ਘਰਾਂ 'ਚ ਇੱਕ ਅੱਧ ਬੰਦਾ ਹੀ ਹੁੰਦਾ ਜਿਹੜਾ ਸਾਰੇ ਦੇ ਸਾਰੇ ਬਖੇੜੇ ਦੀ ਜੜ ਹੁੰਦਾ ਹੈ, ਬਾਕੀ 4 ਜੀ ਠੀਕ ਹਨ, ਇੱਕ ਬੱਚਾ ਹੈ ਉਹ ਨਸ਼ੇ ਕਰਦਾ ਹੈ, ਸਮਝੋ ਸਾਰੇ ਘਰ ਵਾਲਿਆਂ ਦੇ ਲਈ ਜੀਵਨ ਨਰਕ ਹੈ। ਇੱਕ ਨੂੰਹ ਲਿਆਂਦੀ ਹੈ, ਬਸ ਉਹੀ ਝਗੜਦੀ ਹੈ, ਬਾਕੀ ਤੇ ਸ਼ਾਂਤ ਸੁਭਾਅ ਵਾਲੇ ਨੇ, ਸਮਝੋ ਘਰ ਨਰਕੀ ਬਣ ਗਿਆ। ਪੁੱਤਰ ਹੈ ਜਾਂ ਮਾਂ ਹੈ ਜਾਂ ਪਿਤਾ, ਕੋਈ ਵੀ ਹੋ ਸਕਦਾ ਹੈ, ਇੱਕ ਹੀ ਬੰਦਾ ਘਰ ਨੂੰ ਨਰਕ ਬਣਾਉਣ ਦੇ ਲਈ ਕਾਫੀ ਹੈ। ਤੇ ਉਹ ਬਣਾਉਂਦਾ ਕੌਣ ਹੈ? ਜਿਹੜਾ ਲਾਪਰਵਾਹ ਹੈ, ਜਿਹੜਾ ਜ਼ਿੰਮੇਵਾਰੀਆਂ ਨਹੀਂ ਸਮਝਦਾ। ਕਿਉਂਕਿ ਸਾਡਾ ਸੁਭਾਅ ਹੈ, ਅਸੀਂ ਜਿੱਥੇ ਜ਼ਿੰਮੇਵਾਰੀਆਂ ਨੇ, ਫਰਜ਼ ਨੇ, ਉੱਥੇ ਤੇ ਲਾਪਰਵਾਹੀ ਕਰਦੇ ਹਾਂ। ਜਿੱਥੇ ਹੱਕ ਹੁੰਦਾ ਉੱਥੇ ਅਸੀਂ ਜ਼ੋਰ ਪਾ ਕੇ ਕਹਿੰਦੇ ਹੱਕ ਮਿਲਣਾ ਚਾਹੀਦਾ, ਮੇਰਾ ਹੱਕ ਬਣਦਾ ਹੈ, ਮੈਂ ਹੱਕਦਾਰ ਹਾਂ।
खैर भाई गुरदास साहब जी ने बचन कीते। थोड़ी आपां पिछली विचार दी लड़ी नूं नाल लैके चलदे हां तां कि गल चंगी तरह समझ पकड़ च आए। आरंभ च भाई साहब ने गल कीती, मात पिता मिल निम्मिया आसावंती उदर मझारे। माता पिता दे संजोग सदका माँ दे उदर अंदर बच्चे दी पैदाइश हुई। फिर माँ ने बहुत कुछ 10 महीने बच्चे नूं अपने अंदर रख के अपने आप ते बहुत कुछ सहारिया। ते ये इच्छा मन च, ये साडी पंजाबी समाज दी जां हिंदुस्तानी समाज दी एक फितरत है कि साडी पुत्तरां प्रति बहुत ही लालसा है। धी कोई नहीं चाहुंदा, पुत्तर सारे चाहुंदे हन। ते फिर माँ वो इस्त्री जिहने बच्चे नूं जन्म देना है ਉਹਨੂੰ किधरे कोई तरीका दसे, कोई दवाई दसे, कोई होर जगह दसे जी उत्थे जाण दे नाल पुत्तर प्राप्त हुंदा। ते सारा कुछ असीं वेंदे हां, बहुता कुछ कहण दी लोड़ नहीं। लोग करदे ने कि साडे घर बस पुत्तर दा जन्म होए, दवाइयां खांदे, होर थां थां डेरियां ते पता नहीं लोग कित्थे कित्थे जांदे। पुराने समयां दे विच ते वहम भरम बहुत ज़्यादा सन ते लोग बड़े वहम करदे भी सन, बड़े तरह के वहम। और कादे लई के पुत्र दा जन्म होए, कई तरह के कष्ट, ऐसे ऐसे कर्म जेड़े बंदा सोच भी नहीं सकता है। मैं ज्ञानी मान सिंह चौर दी विचार सुन रहा सी। उन्हें दसिया कि वहम पाउण वाले ने यह वहम पा दिता कि बच्चा तेरे घर पुत्र तां होएगा जे बलदी हुई चिखा दे कोलियां ते तवा रख के प्रशादा बना के तू खाएगी ते घर पुत्र जन्म होएगा। ते इस्त्री ने वो कुछ किया कि घर मेरे पुत दा जन्म होए, चिखा दे कोलियां ते। ये कहा गया कि खूह च मंजा सुट के, खूह च उतर के उत्थे चूल्हा बना के प्रशादा बना के खाएगी ते पुत्र मिलेगा। कुछ किया। कहावतां भी कई बणियां कि मावां पुत्तां नूं कहिंदियां तेरे लिए मैं खूह च जाल सुट्टियो। दा भाव पिछे यही सी कि तेरे लिए बहुत कुछ अपने आप ते हंडाया कीता कि पुत मिल जाए। ते भाई साहब कहंदे मालिक ने रहमत कीती ते पुत्र दा हो गया जन्म, बच्चा हो गया, लड़का हो गया, जो इच्छा सी। वो एक वखरा विषय है कि धीआं पुत्र बराबर हैं, वो एक वखरी गल है। पर अज इस प्रसंग नूं सामने रख आपां विचार कर रहे हैं। फिर भाई साहब कहंदे हुण बच्चे दा जन्म होया, माता पिता ने अगे अपनियां जिम्मेवारियां निभाउणियां शुरू कर दित्तियां। बच्चा छोटा सी, माँ गिले पैंदी है, पुत्र नूं सुके पाउंदी है। माँ पुत्र दी गंदगी नूं, बच्चे दी गंदगी नूं साफ करदी है। हर वक्त वो अपने सीने दे नाल अपनी औलाद नूं, अपने बच्चे नूं लगा के रखदी है कि मेरे पुत नूं तत्ती वाह ना लगे, आप मैनू अपने पिंडे ते भावां जो मर्जी सहारना पवे। उदों बाद बच्चा होया वड्डा ते फिर माँ बाप दियां 3 मुख जिम्मेवारियां हुंदियां ने औलाद प्रति। एक बच्चे नूं धर्म विद्या देनी, एक बच्चे नूं संसारी विद्या देनी ते तीजे नंबर ते बच्चे दा विआह करना। और हर धर्म दे अंदर बच्चों के लिए, धर्म विद्या के लिए, धर्म च प्रवेश करने के लिए वख वख तरह के विधि विधान हैं। गुरमत अंदर है अमृत संचार। पहले नंबर ते माँ बच्चे नूं धर्म की असीस दवे, जिवें माँ भानी ने दिती पूता माता की असीस, जिवें बाबा फरीद साहब नूं उन्हां दी माँ कोलों असीस प्राप्त हुई, जिवें माता गुजरी ने अपने पोतियां नूं असीस दिती कि साहिबजादे शहीदी ते पा गए, दीवारां च ते खलोना उन्होंने कबूल कर लिया, गिट्टे गोडे ते तेसियां दे नाल छिलाने लहू लुहान कराने उन्होंने कबूल कर ले, पर धर्म तो डोले नहीं, क्योंकि माँ की असीस ते माँ ने दृढ़ता ही ऐसी अंदर भर दी सी। अमृत संचार, बच्चे नूं अमृत की दात दे के गुरु नाल जोड़ना, बाकी धर्मां दियां अपनियां अपनियां परंपरावां। और दूजे नंबर ते है बच्चे नूं दुनियावी संसारी विद्या देनी। वो भी आपां अपने बच्चों के लिए बहुत कुछ करते हाँ, महंगी तो महंगी पढ़ाई अपनी औलाद के लिए असीं करवाउंदे हां। तीजे नंबर ते है विआह। ते भाई गुरदास साहब कहते फिर बच्चे दे विआह कारजां दे लई माँ बाप ने वेख्या कोई रिश्ता लभ्या, हुण मात पिता आनंद विच पुत्तै दी कुड़माई हुई।
ਪਹਿਲਾਂ ਕੁੜਮਾਈ ਦੀ ਰਸਮ ਕੀਤੀ ਗਈ। ਉਦੋਂ ਬਾਅਦ ਵਿਗਸੀ ਪੁੱਤ ਵਿਆਹਿਆ, ਘੋੜੀ ਲਾਵਾਂ ਗਾਮ ਭਲੋਈ। ਮਾਂ ਨੇ ਘੋੜੀਆਂ ਗਾਈਆਂ, ਲਾਵਾਂ ਪੜ੍ਹੀਆਂ ਗਈਆਂ, ਪੁੱਤਰ ਦਾ ਵਿਆਹ ਹੋ ਗਿਆ। ਵਿਆਹ ਹੋ ਗਿਆ, ਹੁਣ ਮਾਂ ਬੜੀ ਖੁਸ਼ ਹੈ ਕਿ ਮੇਰਾ ਪੁੱਤ ਵਿਆਹਿਆ ਗਿਆ, ਨੂੰਹ ਰਾਣੀ ਘਰ ਆ ਗਈ ਹੈ, ਹੁਣ ਮੈਂ ਵੀ ਕੋਈ ਜ਼ਿੰਦਗੀ ਦੇ 4 ਦਿਨ ਸੌਖ ਦੇ ਨਾਲ ਬਤੀਤ ਕਰਾਂਗੀ, ਇੱਕ ਆਸ। ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਗੱਲ ਉਹ ਬਣੀ ਨਾ ਜਿਹੜੀ ਮਾਂ ਦੀ ਇੱਕ ਇੱਛਾ ਸੀ। ਹੋਇਆ ਕਿ ਨੋ ਨਿਤ ਕੰਤ ਕੁਮੰਤ ਦੇ ਵੇਰੇ ਹੋਵੇ ਸੱਸ ਵਗੋਈ, ਲੱਖ ਉਪਕਾਰ ਵਿਸਾਰ ਕੈ ਪੁੱਤ ਕਪੁੱਤ, ਚੱਕੀ ਉੱਠ ਝੋਈ ਹੋਵੇ ਸਰਵਣ ਵਿਰਲਾ ਕੋਈ। ਪੁੱਤਰ ਕਪੁੱਤਰ ਬਣ ਗਿਆ, ਕਿਉਂਕਿ ਜਿਹੜੀ ਨੂੰਹ ਵਿਆਹ ਕੇ ਲਿਆਂਦੀ ਸੀ ਉਹਨੇ ਆਪਣੇ ਪਤੀ ਨੂੰ, ਘਰ ਵਾਲੇ ਨੂੰ ਉਲਟੀਆਂ ਮੱਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਤੇ ਘਰ ਵਾਲੀ ਦੀਆਂ ਉਲਟੀਆਂ ਮੱਤਾਂ 'ਚ ਆ ਕੇ ਪੁੱਤ ਮਾਂ ਪਿਓ ਦੇ ਸਾਹਮਣੇ ਪੁੱਤ ਦੀ ਥਾਂ ਤੇ ਕਪੁੱਤ ਬਣ ਗਿਆ, ਕਪੁੱਤਰ ਬਣ ਗਿਆ, ਵੇਰ ਗਿਆ ਮਾਂ ਬਾਪ ਦੇ ਸਾਹਮਣੇ। ਜਿਹੜੇ ਬਾਪੂ ਦੇ ਸਾਹਮਣੇ, ਜਿਹੜੀ ਮਾਂ ਦੇ ਸਾਹਮਣੇ ਇਹ ਕਦੇ ਉੱਚਾ ਬੋਲ ਨਹੀਂ ਸੀ ਬੋਲਦਾ, ਹੁਣ ਅੱਜ ਪਤਾ ਨਹੀਂ ਕੀ ਮੰਦੇ ਬੋਲ ਮਾਂ ਪਿਓ ਨੂੰ ਬੋਲਦਾ ਪਿਆ ਹੈ, ਪਤਾ ਨਹੀਂ ਕੀ ਕੁਝ ਬੋਲੀ ਜਾ ਰਿਹਾ। ਤੇ ਭਾਈ ਸਾਹਿਬ ਨੇ ਦੂਜੀ ਪੌੜੀ ਦੇ ਅਖੀਰ ਤੇ ਕਿਹਾ ਕਿ ਹੋਵੇ ਸਰਵਣ ਵਿਰਲਾ ਕੋਈ, ਸਰਵਣ ਵਰਗਾ ਵਿਰਲਾ ਹੀ ਹੁੰਦਾ। ਔਰ ਸਰਵਣ ਦੀ ਵੀ ਗੱਲ ਆਪਾਂ ਕੀਤੀ ਸੀ ਕਿ ਕਿਵੇਂ ਜਦੋਂ ਉਹਨੂੰ ਪਤਾ ਲੱਗਿਆ ਕਿ ਮਾਂ ਬਾਪ ਮੇਰੇ ਇਸ ਹਾਲਤ ਦੇ ਵਿੱਚ ਜਿਉਂਦੇ ਹਨ ਕਿ ਮੇਰੀ ਘਰਵਾਲੀ ਉਹਨਾਂ ਨੂੰ ਰੋਟੀ ਟੁੱਕ ਇੱਦਾਂ ਦਿੰਦੀ ਹੈ ਜਿਵੇਂ ਕੋਈ ਕੁੱਤੇ ਦੇ ਅੱਗੇ ਭੋਜਨ ਰੋਟੀ ਸੁੱਟਦਾ ਹੈ, ਸਾਰਾ ਕੁਝ ਛੱਡ ਕੇ ਮਾਂ ਬਾਪ ਦੀ ਸੇਵਾ ਦੇ ਵਿੱਚ ਲੱਗ ਗਿਆ। ਤੇ ਉਸੇ ਸੇਵਾ ਦੇ ਵਿੱਚ ਹੀ ਇੱਕ ਦਿਨ ਸੇਵਾ ਕਰਦਿਆਂ ਕਰਦਿਆਂ ਹੀ ਸ਼ਰਵਣ ਦਾ ਅੰਤ ਵੀ ਹੋਇਆ ਸੀ। ਮਾਂ ਬਾਪ ਨੂੰ ਲੈ ਕੇ ਤੁਰ ਪਿਆ ਤੀਰਥਾਂ ਦੀ ਯਾਤਰਾ ਦੇ ਲਈ। ਜੰਗਲ 'ਚ ਅਯੁੱਧਿਆ ਦੇ ਕੋਲ ਰਾਤ ਦਾ ਸਮਾਂ, ਤੇ ਮਾਂ ਨੇ ਪਾਣੀ ਮੰਗਿਆ। ਇਹ ਜਦੋਂ ਨੇੜਿਓਂ ਨਦੀ 'ਚੋਂ ਪਾਣੀ ਲੈਣ ਦੇ ਲਈ ਗਿਆ ਤੇ ਦਸ਼ਰਥ ਸ਼੍ਰੀ ਰਾਮ ਚੰਦਰ ਜੀ ਦੇ ਪਿਤਾ ਉਹ ਸ਼ਿਕਾਰ ਖੇਡਣ ਦੇ ਲਈ ਰਾਤ ਨਿਕਲੇ ਸਨ, ਸ਼ੇਰ ਦਾ ਸ਼ਿਕਾਰ ਕਰਨਾ ਸੀ। ਤੇ ਜਦੋਂ ਇਹਨੇ ਪਾਣੀ ਉਥੋਂ ਭਾਂਡੇ 'ਚ ਭਰਨ ਦੀ ਕੋਸ਼ਿਸ਼ ਕੀਤੀ, ਪਾਣੀ ਦੀ ਆਵਾਜ਼ ਆਈ। ਦਸ਼ਰਥ ਨੇ ਦੂਰੋਂ ਆਵਾਜ਼ ਸੁਣੀ ਤੇ ਉਸ ਆਵਾਜ਼ ਦੇ ਆਧਾਰ ਤੇ ਉਹਨੇ ਨਿਸ਼ਾਨਾ ਮਿੱਥ ਕੇ ਤੀਰ ਚਲਾ ਦਿੱਤਾ। ਹਨੇਰਾ ਸੀ, ਦਿਸਿਆ ਕੁਝ ਨਾ, ਸੋਚਿਆ ਸੀ ਸ਼ੇਰ ਹੈ, ਪਰ ਅੱਗੇ ਸੀ ਸ਼ਰਵਣ। ਸਿੱਧਾ ਤੀਰ ਆ ਕੇ ਸੀਨੇ 'ਚ ਕਲੇਜੇ 'ਚ ਵੱਜਾ ਤੇ ਸ਼ਰਵਣ ਮਾਂ ਪੁਕਾਰਦਿਆਂ ਹੋਇਆ ਤੇ ਉੱਥੇ ਹੀ ਖਤਮ ਹੋ ਗਿਆ। ਦਸ਼ਰਥ ਨੇ ਆ ਕੇ ਵੇਖਿਆ ਤੇ ਗੱਲ ਵਿਗੜ ਗਈ, ਮੈਂ ਤੇ ਸ਼ੇਰ ਦਾ ਸ਼ਿਕਾਰ ਕਰਨਾ ਸੀ, ਇਹ ਤੇ ਮੈਂ ਇਨਸਾਨ ਮਾਰ ਬੈਠਾ ਹਾਂ। ਵੇਖਿਆ ਨੇੜੇ ਮਾਂ ਬਾਪ ਸਨ, ਉੱਥੇ ਦੀ ਲਾਸ਼ ਲੈ ਕੇ ਗਿਆ, ਹੱਥ ਜੋੜੇ ਬੜੇ ਤਰਲੇ ਕੀਤੇ। ਤੇ ਇਹਦੇ ਪਿਓ ਨੇ ਇੱਕੋ ਗੱਲ ਕਹੀ ਕਿ ਹੁਣ ਤੇ ਜੋ ਹੋ ਗਿਆ ਸੋ ਹੋ ਗਿਆ, ਪਰ ਜਿੱਦਾਂ ਅਸੀਂ ਆਪਣੇ ਬੱਚੇ ਦੇ ਵਿਜੋਗ ਦੇ ਵਿੱਚ ਤੜਫ ਰਹੇ ਹਾਂ, ਇੱਕ ਦਿਨ ਸਮਾਂ ਇੱਦਾਂ ਆਵੇਗਾ ਤੈਨੂੰ ਵੀ ਆਪਣੀ ਔਲਾਦ ਦੇ ਵਿਜੋਗ ਦੇ ਵਿੱਚ ਤੜਫਣਾ ਪਵੇਗਾ। ਖੈਰ ਉਹ ਵੱਖਰੀ ਗੱਲ। ਇੱਦਾਂ ਮਾਂ ਬਾਪ ਦੀ ਸੇਵਾ ਕਰਦਿਆਂ ਹੋਇਆਂ ਤੇ ਸ਼ਰਵਣ ਦੇ ਜੀਵਨ ਦਾ ਅੰਤ ਹੋ ਗਿਆ। ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਸਾਰੇ ਸ਼ਰਵਣ ਪੁੱਤ ਨਹੀਂ ਹੁੰਦੇ ਹਨ ਕਿ ਜਿਹੜੇ ਆਪਣੇ ਜੀਵਨ ਨੂੰ ਮਾਂ ਬਾਪ ਦੀ ਸੇਵਾ ਦੇ ਵਿੱਚ ਸਮਰਪਿਤ ਕਰਦਿਆਂ ਆਪਣੀ ਜ਼ਿੰਮੇਵਾਰੀ ਨੂੰ, ਆਪਣੇ ਫਰਜ਼ ਨੂੰ ਸਮਝਣ। ਲੋਕ ਵਿਗੜ ਜਾਂਦੇ ਆ, ਔਲਾਦਾਂ ਵਿਗੜ ਜਾਂਦੀਆਂ ਹਨ। ਤੇ ਵਿਗੜਨ ਦਾ ਇੱਕ ਕਾਰਨ ਭਾਈ ਗੁਰਦਾਸ ਸਾਹਿਬ ਨੇ ਇੱਥੇ ਦਿੱਤਾ ਹੈ। ਤੇ ਇਹ ਚੀਜ਼ ਵੇਖੋ ਸਾਰਿਆਂ ਤੇ ਨਹੀਂ ਹੈ, ਇਹ ਇੱਕ ਪੱਖ ਹੈ, ਇੱਕ ਪੱਖ ਜਿਹਦੀ ਗੱਲ ਭਾਈ ਗੁਰਦਾਸ ਸਾਹਿਬ ਕਰ ਰਹੇ ਨੇ ਕਿ ਇਹ ਪੱਖ ਹੈ ਇੱਕ ਔਲਾਦ ਦੇ ਵਿਗੜਨ ਦਾ, ਘਰ ਦੇ ਮਾਹੌਲ ਖਰਾਬ ਹੋਣ ਦਾ। ਕਿਸੇ ਦੇ ਘਰ ਦਾ ਠੀਕ ਹੋ ਸਕਦਾ, ਕਿਸੇ ਦਾ ਵਿਗੜਿਆ ਵੀ ਹੋ ਸਕਦਾ ਹੈ। ਉਹ ਭਾਈ ਸਾਹਿਬ ਅੱਗੇ ਗੱਲ ਕਰਦੇ, ਕਹਿੰਦੇ ਕਾਮਣ ਕਾਮਣ ਆਰੀਐ ਕੀਤੋ ਕਾਮਣ ਕੰਤ ਪਿਆਰੇ। ਭਾਈ ਸਾਹਿਬ ਕਹਿੰਦੇ ਜਿਹੜੀ ਨੂੰ ਮਾਤਾ ਪਿਤਾ ਨੇ ਆਪਣੇ ਪੁੱਤਰ ਦੇ ਲਈ ਵਿਆਹ ਕੇ ਲਿਆਂਦੀ ਸੀ, ਜਿਹੜੀ ਇਸਤਰੀ ਬੱਚੇ ਦੇ ਲਈ ਵਿਆਹ ਕੇ ਲਿਆਂਦੀ ਗਈ ਸੀ, ਉਹ ਸੁਜਾਨ ਨਹੀਂ, ਸੁਚੱਜੀ ਨਹੀਂ ਸੀ। ਗੁਰੂ ਗ੍ਰੰਥ ਸਾਹਿਬ ਅੰਦਰ 3 ਬਾਣੀਆਂ ਨੇ। ਇੱਕ ਬਾਣੀ ਦਾ ਨਾਮ ਹੈ ਕੁਚੱਜੀ, ਇੱਕ ਬਾਣੀ ਦਾ ਨਾਮ ਹੈ ਸੁਚੱਜੀ, ਇੱਕ ਬਾਣੀ ਦਾ ਨਾਮ ਹੈ ਗੁਣਵੰਤੀ। ਇਸਤਰੀ
महाराज कहते कोई कुचज्जी हो सकती, कुचज्जी किदां दी आ? वो फिर बाणी च सतगुरु ने वो कुचज्जी दे लक्षण दसे ने कि जिहदे अंदर आ ऐब ने, समझो कुचज्जी है। फिर एक बाणी सुचज्जी, सुचज्जी कौन है? जिन्हों सोहना चज है, वो भी अगे सतगुरु ने बाणी च दसिया है। ते गुणवंती जीव आत्मा, गुणवंती जीव इस्त्री केड़ी है? वो फिर सतगुरु जी ने वो तीजे शब्द अंदर सुचज्जी तो भी अगे एक गुणवान गुणवंती हुंदी है, वो उत्थे वर्णन किया है। हुण भाई गुरदास साहब कहते जिहड़ी कुचज्जी बिरती वाली है ना, ਉਹਦੇ अंदर ये भावना हुंदी है कि बस मेरा बंदा, मेरा पति ते मेरे ही इशारियां ते नचे, मैं बिठावां ते बह जावे, खड़े होण दे लई कवां ते खड़ी हो जाए, बाहर जाण दे लई कवां जावे, जे इत्थे घर रहण दे लई कवां ते घर रवे। वो फिर नहीं चाहती है कि मेरे पति की जिहड़ी सांझ है, नेड़ता है, मेरे तो बिना किसी होर दे नाल बने। वो फिर कुचज्जी बिरती वाली हमेशा जतन करती रहिंदी है कि जे इहदी अपने भैन दे नाल बड़ा प्यार है तो मैं कुछ ना कुछ इदां दा करां कि दोवां भैणां भरावां च विथ पै जाए। ये आपां वेंदे हां। जे इहदी माँ बाप दे नाल बड़ी नेड़ता है, माँ दे नाल बड़ी नेड़ता, कोई ना कोई कोशिश करती रहेगी कि ये मेरे पति दी अपने माता पिता दे विच विथ पै जावे, फासला भावें उहनूं झूठ, अक्सर बहुत कुछ झूठ भी फिर झूठियां गल्लां बनाईयां जांदियां ने, ਜਿਹੜੀਆਂ ਬਾਅਦ ਚ ਲੜਾਈ ਦਾ ਕਾਰਨ ਬਣਦੀਆਂ ਨੇ। ਹੁੰਦਾ ਕੁਝ ਨਹੀਂ ਹੈ, ਬਸ ਝੂਠੀਆਂ ਗੱਲਾਂ ਬਣਾ ਦਿੱਤੀਆਂ ਜੀ। ਜਦੋਂ ਤੁਸੀਂ ਬਾਹਰ ਜਾਂਦੇ ਹੋ ਮੇਰੇ ਨਾਲ ਤੇ ਚੰਗਾ ਨਹੀਂ ਬੋਲਦੇ, ਮੈਨੂੰ ਤੇ ਖਾਣਾ ਚੰਗਾ ਖਾਣ ਦੇ ਲਈ ਨਹੀਂ ਮਿਲਦਾ, ਮੈਨੂੰ ਤੇ ਘਰ 'ਚ ਇੱਜ਼ਤ ਨਹੀਂ ਮਿਲਦੀ, ਮੈਨੂੰ ਤੇ ਪਹਿਨਣ ਦੇ ਲਈ ਕੱਪੜੇ ਚੰਗੇ ਨਹੀਂ ਮਿਲਦੇ, ਗੱਲਾਂ ਬੜੀਆਂ ਸੁਣ। ਇਹ ਤਾਂ ਆਪਣੇ ਕੋਲੋਂ ਮਾਂ ਬਾਰੇ ਗਲਤ ਗੱਲਾਂ ਬਣਾ ਕੇ ਪਤੀ ਦੇ ਮਨ 'ਚ ਭਰੀ ਜਾਣੀਆਂ। ਜਦੋਂ ਰੋਜ਼ ਤੇ ਫਿਰ ਬੰਦੇ ਨੂੰ ਲੱਗਦਾ ਸ਼ਾਇਦ ਇਦਾਂ ਹੀ ਮੇਰੇ ਮਗਰੋਂ ਹੁੰਦਾ ਹੋਵੇ, फासला बन गया। फिर सहजे वो चीज़ फिर वड्डियां लड़ाइयां कलेश झगड़ियां का कारण बनते ने। ते भाई गुरदास साहब कहते कामण आरीए कीतो कामण कंत प्यारे, हे टूणे आदक करन वालीए इस्त्रीए, तू इदां दियां चालां चलियां कि अपने कंत नूं अपने लई ते प्यारा बना लिया, बाकियां दे विच तू फासला बना दिता। ते भाई साहब कहते होया कि जम्मै साई विसारिया, विआहिया माँ प्यो विसारे। जदों बंदे दा संसार अंदर जन्म हुंदा, आपां अक्सर गुरबाणी दी विचार करदे हां कि की हुंदा है। जोन छाड़ जो जग में आया, लागत पवन खसम बिसराया। बंदा संसार च आउंदियां सब तो पहला किनू भुलाउंदा है? रब नूं। पहले पैरे रहन के वणजारिया मित्रा, हुक्म भया गरबास, उर्द अंतर तप करे वणजारिया मित्रा। खसम सेती अरदास वखाणा, उर्द ध्यान लिव लागा, ना मरजाद आया कल पीतर बहुड़ जासी ना। इत्थे आया भुल गया रब, भुल गया परमात्मा, भुल गया निरंकार। भाई साहब कहते जम्मै साई विसारिया, जिन्हें संसार च जन्म लैंदियां सब तो पहला साई नूं अकाल पुरख नूं भुलाया सी। अज विआह होया ते विआह करवाउण तो बाद विआहिया माँ प्यो विसारे, इन्हें माँ प्यो त्याग दिते, माँ प्यो नूं छड्ड दिता, माँ प्यो दे नाल हुण झगड़ा बखेड़ा करना शुरू कर दिता। किहड़े माँ प्यो दे नाल? जिन्हां ने इहदे लई बहुत कुछ अपने आप ते हंडाया ते बड़े चावां मल्हारां दे नाल इहदा विआह कारज कीता कि साडे घर च रौनकां लगणगीਆਂ। सुखा सुख विआहिया सौण संजोग विचार विचारे, माँ ने बड़ियां मालक अगे सुखना सुख के चंगे चंगे दिन लभ के विआह कीता कि मेरा पुੱਤ विआहिਆ जाएगा, मेरे घर च सुख आवेगा। पुत नूहें दा मेल वेख अंग ना मावस, माँ प्यो प्यारे। बड़ियां सुखा सुख के औलाद नूं माँ प्यो ने विआहिया। और उदों बाद विआहण तो बाद फिर वो अपनी औलाद नूं नूह पुत नूं वेख के बड़े खुश भी हुंदे हन कि साडे नूह पुत घर च बैठे ने, आपस च प्यार है। भाई साहब कहते माँ प्यो वारे वारे जाते ने, बलिहारे जाते, कुर्बान जाते हैं अपने नूह पुत तो। पर उधर चालां होर चलियां जा रही। माँ सोचती है मेरा पुत मेरी नूह बैठे बड़े हस गल्लां कर रहे, माँ नूं की पता सी कि मेरियां ही चुगलियां कीतियां जा रही ने। माँ नूं की पता सी कि मेरे बारे ही भड़काया जा रहा, मेरे बारे ही मेरे पुत दे मन च जहर भरिया जा रहा है।
ਤੇ ਭਾਈ ਸਾਹਿਬ ਕਹਿੰਦੇ ਨੋ ਨਿਤ ਕੰਤ ਕੁਮੰਤ ਦੇ, ਮਾਂ ਪਿਓ ਛੱਡ ਵੱਡੇ ਹਥਿਆਰੇ। ਨੂੰਹ ਨੇ ਉਲਟੀਆਂ ਉਲਟੀਆਂ ਮੱਤਾਂ ਦਿੱਤੀਆਂ ਤੇ ਮਾਂ ਪਿਓ ਨੂੰ ਇਹਨੇ ਛੱਡ ਦਿੱਤਾ, ਬਲਕਿ ਮਾਂ ਪਿਓ ਦਾ ਹਥਿਆਰਾ ਤੱਕ ਬਣ ਗਿਆ, ਮਾਂ ਬਾਪ ਨੂੰ ਮਾਰਨ ਤੱਕ ਦੇ ਲਈ ਉਤਰ ਆਇਆ। ਹਾਲਾਂਕਿ ਮਾਂ ਉਦੋਂ ਵੀ ਇਹਦੇ ਤੇ ਤਰਸ ਕਰਦੀ ਹੈ। ਸਤਿਗੁਰੂ ਜੀ ਨੇ ਬਾਣੀ 'ਚ ਮਾਂ ਦਾ ਤੇ ਪਿਓ ਦਾ ਜਿਹੜਾ ਸੁਭਾਅ ਕਿਹਾ, ਜਿੱਥੇ ਰੱਬ ਦੀ ਵੀ ਗੱਲ ਕੀਤੀ, ਦਸਮ ਪਾਤਸ਼ਾਹ ਕਹਿੰਦੇ ਨਮੋ ਮਾਤ ਮਾਤੇ ਹੈ ਵਾਹਿਗੁਰੂ, ਤੇਰਾ ਸੁਭਾਅ ਮਾਂ ਵਰਗਾ ਹੈ। ਤੇ ਮਾਂ ਦਾ ਸੁਭਾਅ ਕੀ ਹੈ? ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਦੇਤੇ। ਪੁੱਤਰ ਜਿੰਨਾ ਮਰਜੀ ਝਗੜਾ ਕਰੇ। ਇੱਕ ਕਵੀ ਨੇ ਬੜੀ ਸੋਹਣੀ ਇੱਕ ਕਵਿਤਾ ਲਿਖੀ ਹੈ ਕਿ ਬੱਚਾ ਇੱਕ ਸਕੂਲੇ ਲੇਟ ਪਹੁੰਚਿਆ ਤੇ ਨਾਲ ਉਹਨੇ ਆਪਣੇ ਮਿੱਤਰ ਦੇ ਖਾਣੇ ਵਾਲਾ ਡੱਬਾ ਪਕੜਿਆ ਹੋਇਆ ਸੀ। ਟੀਚਰ ਨੇ ਉਹਨੂੰ ਬਾਹਰ ਰੋਕ ਲਿਆ ਕਿ ਤੂੰ ਲੇਟ ਕਿਉਂ ਆਇਆ ਹੈ? ਉਹ ਨਾਲ ਦੇ ਬੱਚੇ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ, ਜੀ ਮੈਨੂੰ ਇਹਦੀ ਮਾਂ ਨੇ ਰੋਕ ਲਿਆ ਸੀ ਤਾਂ ਮੈਂ ਲੇਟ ਹੋਇਆ ਹਾਂ। ਟੀਚਰ ਕਹਿਣ ਲੱਗਾ, ਇਹਦੀ ਮਾਂ ਨੇ ਤੈਨੂੰ ਕਿਉਂ ਰੋਕਿਆ ਸੀ? ਕਹਿਣ ਲੱਗਾ, ਜੀ ਆ ਭੋਜਨ ਦਾ ਇਹਦੇ ਲਈ ਉਹਨੇ ਡੱਬਾ ਭੇਜਣਾ ਸੀ, ਭੋਜਨ ਖਾਣਾ ਭੇਜਣਾ ਸੀ ਤਾਂ ਮੈਂ ਲੇਟ ਹੋਇਆ। ਤੇ ਉਹ ਕਹਿਣ ਲੱਗਾ, ਇਹ ਭੋਜਨ ਕਿਉਂ ਨਹੀਂ ਲੈ ਕੇ ਆਇਆ? ਕਹਿਣ ਲੱਗੇ, ਜੀ ਇਹਨੂੰ ਪੁੱਛ ਲਵੋ, ਉਹਨੇ ਅੱਗੋਂ ਕੁਝ ਨਾ ਦੱਸਿਆ। ਕਹਿਣ ਲੱਗਾ, ਜੀ ਫਿਰ ਮੈਂ ਦੱਸਦਾ ਹਾਂ। ਇਹ ਘਰ ਮਾਂ ਦੇ ਨਾਲ ਝਗੜਾ ਕਰਕੇ ਆਇਆ ਹੈ। ਇਹ ਮਾਂ ਦੇ ਸਿਰ ਪੱਥਰ ਮਾਰ ਕੇ ਲਹੂ ਲੁਹਾਨ ਕਰਕੇ ਮਾਂ ਨੂੰ ਆਇਆ ਹੈ ਤੇ ਖਾਣਾ ਘਰ ਹੀ ਛੱਡ ਕੇ ਮਾਂ ਦੇ ਨਾਲ ਕਬੂਲ ਬੋਲਦਿਆਂ ਹੋਇਆਂ ਇਹ ਆ ਗਿਆ ਸੀ। ਮੈਂ ਜਦੋਂ ਇਹਦੀ ਮਾਂ ਨੂੰ ਵੇਖਿਆ, ਸੰਭਾਲਿਆ ਤੇ ਮਾਂ ਦੇ ਇਹਦੀ ਦੇ ਮੱਥੇ ਤੇ ਪੱਟੀ ਬੰਨੀ, ਮੈਂ ਤੁਰਨ ਲੱਗਾ, ਉਹਨੇ ਆਵਾਜ਼ ਮਾਰ ਕੇ ਕਿਹਾ, ਮੇਰੇ ਪੁੱਤ ਦੇ ਲਈ ਖਾਣਾ ਲੈ ਜਾ। ਇਹ ਮਾਂ ਨੂੰ ਪੱਥਰ ਮਾਰ ਕੇ ਆਇਆ ਸੀ, ਪਰ ਮਾਂ ਲਹੂ ਲੁਹਾਨ ਹੋਈ ਵੀ ਕੀ ਕਹਿੰਦੀ ਪਈ ਆ ਕਿ ਮੇਰਾ ਪੁੱਤ ਕਿੱਦਾਂ ਸਾਰੀ ਦਿਹਾੜੀ ਭੁੱਖਾ ਰਹੇਗਾ, ਉਹਦੇ ਲਈ ਭੋਜਨ ਲੈ ਕੇ ਜਾਓ। ਇਹ ਹੈ ਮਾਂ ਦਾ ਹਿਰਦਾ। ਤੇ ਕਬੀਰ ਸਾਹਿਬ ਕਹਿੰਦੇ, ਜੇ ਅਤ ਕੋਪ ਕਰੇ ਕਰ ਧਾਇਆ, ਜੇ ਬੜੇ ਗੁੱਸੇ ਦੇ ਨਾਲ ਕਰੂਰਤਾ ਦੇ ਨਾਲ ਵੀ ਬੱਚਾ ਮਾਂ ਤੇ ਹਮਲਾ ਕਰੇ, ਤੋਪੀ ਚੀਤ ਨਾ ਰੱਖ ਸਮਾਇਆ। ਇੱਕ ਮਾਂ ਹੀ ਆ ਜਿਹੜੀ ਫਿਰ ਵੀ ਬੱਚੇ ਦਾ ਗੁੱਸਾ ਨਹੀਂ ਕਰਦੀ ਹੈ, ਭਾਵੇਂ ਬੱਚਾ ਉਹਦੇ ਤੇ ਹਮਲਾ ਵੀ ਕਰਦਾ। ਇਹ ਹੈ ਮਾਂ ਦਾ ਇੱਕ ਸੁਭਾਅ। ਤੇ ਭਾਈ ਸਾਹਿਬ ਕਹਿੰਦੇ ਇਦਾਂ ਦੇ ਸੁਭਾਅ ਵਾਲੀ ਮਾਂ ਦੇ ਨਾਲ ਜਦੋਂ ਔਲਾਦ ਧੱਕਾ ਕਰੇ ਤੇ ਫਿਰ ਸਮਝੋ ਉਹਦੇ ਵਰਗਾ ਵੱਡਾ ਹਥਿਆਰਾ ਕੋਈ ਨਹੀਂ ਹੈ। ਇੱਕ ਕਹਾਣੀ ਆਪ ਜੀ ਨੇ ਸੁਣੀ ਹੈ ਕਿ ਇੱਕ ਬਜ਼ੁਰਗ ਨੂੰ ਉਹਦਾ ਪੁੱਤ ਨਦੀ 'ਚ ਸੁੱਟਣ ਦੇ ਲਈ, ਪਾਣੀ 'ਚ ਰੋੜਨ ਦੇ ਲਈ ਚਲਾ ਗਿਆ। ਤੇ ਕਿਉਂਕਿ ਨਾ ਨੂੰ ਪਸੰਦ ਕਰਦੀ ਸੀ ਬਾਪੂ ਨੂੰ, ਨਾ ਪੁੱਤ ਪਸੰਦ ਕਰਦਾ ਸੀ। ਤੇ ਉਹ ਜਦੋਂ ਸੁੱਟਣ ਦੇ ਲਈ ਗਏ ਤੇ ਪੁੱਤ ਇੱਕ ਥਾਂ ਤੇ ਸੁੱਟਣ ਲੱਗਾ, ਬਾਪੂ ਨੂੰ ਕਹਿਣ ਲੱਗਾ, ਥੋੜਾ ਅੱਗੇ ਕਰਕੇ ਸੁੱਟੀ। ਕਹਿਣ ਲੱਗਾ, ਨਾ ਤੈਨੂੰ ਘਰ ਕੁਝ ਪਸੰਦ ਆਉਂਦਾ, ਅੱਜ ਮਰਨ ਲੱਗਾ ਤੇ ਜਗ੍ਹਾ ਵੀ ਪਸੰਦ ਨਹੀਂ ਆ ਰਹੀ। ਕਹਿਣ ਲੱਗਾ, ਨਹੀਂ ਪੁੱਤ, ਗੱਲ ਇਹ ਨਹੀਂ ਹੈ, ਗੱਲ ਹੋਰ ਹੈ। ਜਿਸ ਜਗ੍ਹਾ ਤੇ ਅੱਜ ਤੂੰ ਮੈਨੂੰ ਸੁੱਟਣ ਲੱਗਾ, ਇੱਥੇ ਕਿਸੇ ਵਕਤ ਮੈਂ ਆਪਣੇ ਪਿਓ ਨੂੰ ਸੁੱਟਿਆ ਸੀ, ਆਪਣੀ ਘਰ ਵਾਲੀ ਦੇ ਆਖੇ ਲੱਗ। ਤੂੰ ਥੋੜਾ ਮੈਨੂੰ ਇੱਥੋਂ ਅੱਗੇ ਸੁੱਟ ਤਾਂ ਕਿ ਕੱਲ ਨੂੰ ਤੇਰਾ ਪੁੱਤ ਤੈਨੂੰ ਹੋਰ ਅੱਗੇ ਸੁੱਟੇਗਾ। ਇਹ ਤੇ ਫਿਰ ਇਦਾਂ ਹੀ ਹੈ, ਇਦਾਂ ਹੀ ਚੱਲਦਾ। ਜੇ ਅਸੀਂ, ਕਿਉਂਕਿ ਸਾਡੀ ਔਲਾਦ ਸਾਨੂੰ ਵੇਂਦੀ ਹੈ, ਜੇ ਅਸੀਂ ਆਪਣੇ ਮਾਂ-ਬਾਪ ਦੇ ਨਾਲ ਧੱਕਾ ਕਰ ਰਹੇ ਹਾਂ ਤੇ ਜਿਨ੍ਹਾਂ ਦੇ ਸਾਹਮਣੇ ਅਸੀਂ ਮਾਂ-ਬਾਪ ਦੇ ਨਾਲ ਧੱਕਾ ਕਰ ਰਹੇ ਹਾਂ, ਕੱਲ ਨੂੰ ਉਹ ਸਾਡਾ ਅਦਬ ਸਤਿਕਾਰ ਕਿੱਦਾਂ ਕਰਨਗੇ? ਜੇ ਅਸੀਂ ਆਪਣੇ ਮਾਂ-ਬਾਪ ਨੂੰ ਧੱਕੇ ਦੇ ਰਹੇ ਹਾਂ, ਕੱਲ ਨੂੰ ਸਾਨੂੰ ਵੀ ਧੱਕੇ ਸਹਿਣ ਦੇ ਲਈ ਤਿਆਰ ਰਹਿਣਾ ਚਾਹੀਦਾ। ਉਹ ਕੁਝ ਹੋਣਾ ਧਰਤੀ ਗੋਲ ਹੈ, ਇੱਥੇ ਜੋ ਕਰਦੇ ਉਹ ਕੁਝ ਹੁੰਦਾ ਹੈ। ਹੋਰ ਛੋਟੀ ਜਿਹੀ ਕਹਾਣੀ। ਇੱਕ ਮਾਂ ਆਪਣੇ ਪੁੱਤਰ ਦੇ ਘਰ ਹੈ, ਤਰੀਕ ਹੋ ਗਈ 31। ਸਵੇਰੇ ਸਵੇਰੇ ਪੁੱਤਰ ਚੱਲਿਆ ਹੈ ਨੌਕਰੀ ਤੇ ਘਰ ਵਾਲੀ ਕਹਿਣ ਲੱਗੀ, ਤਰੀਕ ਦਾ ਚੇਤਾ ਹੈ ਕਿ ਨਹੀਂ? ਕਹਿਣ ਲੱਗਾ, ਚੇਤਾ ਹੈ। ਤੁਰਦਾ ਤੁਰਦਾ ਕਹਿਣ ਲੱਗਾ, ਮਾਂ ਚੱਲ ਚਲੀਏ। ਤੇ ਬੱਚਾ ਸੀ ਉਹਨਾਂ ਦਾ ਛੋਟਾ ਜਿਹਾ, ਕਹਿਣ ਲੱਗਾ ਕਿ ਪਿਤਾ ਜੀ ਤੁਸੀਂ ਦਾਦੀ ਨੂੰ ਲੈ ਕੇ ਕਿੱਥੇ ਚੱਲੇ ਹੋ? ਇਹ ਕਹਿਣ ਲੱਗਾ, ਵੇਖ ਅਸੀਂ 2 ਭਰਾ ਹਾਂ, ਤੇਰੀ ਦਾਦੀ ਦੇ ਅਸੀਂ 2 ਪੁੱਤ ਹਾਂ। 1 ਮਹੀਨਾ ਤੇਰੀ ਦਾਦੀ ਨੂੰ, ਆਪਣੀ ਮਾਂ ਨੂੰ ਮੈਂ ਆਪਣੇ ਘਰ ਰੱਖਦਾ ਹਾਂ, ਰੋਟੀ ਦਿੰਦਾ ਹਾਂ। 1 ਮਹੀਨਾ ਤੇਰਾ ਚਾਚਾ ਮਾਂ ਨੂੰ ਘਰ ਰੱਖਦਾ ਤੇ ਉਹ ਰੋਟੀ ਦਿੰਦਾ। ਸਾਡੇ ਵਾਲਾ ਮਹੀਨਾ ਅੱਜ ਪੂਰਾ ਹੋ ਗਿਆ ਹੈ ਤੇ ਹੁਣ ਮੈਂ ਤੇਰੀ ਦਾਦੀ ਨੂੰ ਤੇਰੇ ਚਾਚੇ ਦੇ ਘਰ ਛੱਡਣ ਚੱਲਿਆ। ਮਹੀਨਾ ਇਹ ਉਹਨਾਂ ਦੇ ਘਰੋਂ ਰੋਟੀ ਖਾਏਗੀ, ਉਦੋਂ ਬਾਅਦ ਫਿਰ ਅਗਲੇ ਮਹੀਨੇ ਅਸੀਂ ਲੈ ਆਵਾਂਗੇ। ਤੇ ਬੱਚਾ ਕਹਿਣ ਲੱਗਾ,
ਪਿਤਾ ਜੀ ਇਹ ਤੇ ਠੀਕ ਹੈ, ਪਰ ਵੇਖੋ ਦਾਦੀ ਦੇ ਤੇ 2 ਪੁੱਤ ਤੇ ਤੁਸੀਂ ਮਹੀਨਾ ਵੰਡ ਲਿਆ, ਤੇ ਤੁਹਾਡਾ ਪੁੱਤ ਤੇ ਮੈਂ ਇਕੱਲਾ ਹੀ ਹਾਂ। 1 ਮਹੀਨਾ ਤੇ ਤੁਸੀਂ ਮੇਰੇ ਘਰੋਂ ਰੋਟੀ ਖਾ ਲੋਗੇ, ਦੂਜੇ ਮਹੀਨੇ ਤੁਸੀਂ ਕਿੱਥੋਂ ਰੋਟੀ ਖਾਓਗੇ? ਦੂਜੇ ਮਹੀਨੇ ਤੁਹਾਨੂੰ ਰੋਟੀ ਕੌਣ ਦੇਵੇਗਾ? 1 ਮਹੀਨੇ ਦੀ ਰੋਟੀ ਤੇ ਮੈਂ ਤੁਹਾਨੂੰ ਦੇਵਾਂਗਾ ਜਿਵੇਂ ਤੁਸੀਂ ਆਪਣੀ ਮਾਂ ਨੂੰ ਦਿੰਦੇ ਹੋ। ਇਹ ਹੈ ਜੋ ਬੱਚਿਆਂ ਦੇ ਸਾਹਮਣੇ ਅਸੀਂ ਕਰਦੇ ਹਾਂ, ਉਹ ਕੁਝ ਬੱਚੇ ਸਿੱਖਦੇ, ਕੱਲ੍ਹ ਨੂੰ ਉਹ ਕੁਝ ਹੰਡਾਉਣਾ ਪੈਂਦਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ, ਨੋ ਨਿਤ ਕੰਤ ਕੁਮੰਤ ਦੇ, ਮਾਂ ਪਿਓ ਛੱਡ ਵੱਡੇ ਹਥਿਆਰੇ, ਵੱਖ ਹੋਵੇ ਪੁੱਤ ਰੰਨ ਲੈ, ਮਾਂ ਪਿਓ ਦੇ ਉਪਕਾਰ ਵਿਸਾਰੇ। ਪੁੱਤਰ ਨੇ ਮਾਂ ਪਿਓ ਦੇ ਉਪਕਾਰ ਭੁਲਾ ਦਿੱਤੇ। ਜੋ ਕੁਝ ਮਾਂ ਪਿਓ ਨੇ ਇਹਦੀ ਖਾਤਰ ਕੀਤਾ ਸੀ, ਇਸ ਪਾਪੀ ਨੇ ਸਾਰਾ ਕੁਝ ਭੁਲਾ ਦਿੱਤਾ, ਵਿਸਾਰ ਦਿੱਤਾ ਕਿ ਮੇਰੀ ਮਾਂ ਨੇ ਆਪਣੇ ਪੇਟ 'ਚ ਰੱਖ ਕੇ ਹਜ਼ਾਰਾਂ ਤਰ੍ਹਾਂ ਦੇ ਕਸ਼ਟ ਮੇਰੀ ਖਾਤਰ ਆਪਣੇ ਤਨ ਤੇ ਬਰਦਾਸ਼ਤ ਕੀਤੇ ਨੇ। ਇਹਨੇ ਭੁਲਾ ਦਿੱਤਾ ਕਿ ਮਾਂ ਨੇ ਆਪ ਗਿੱਲੇ ਪੈ ਕੇ ਮੈਨੂੰ ਸੁੱਕੇ ਪਾਇਆ ਹੈ। ਇਹਨੇ ਭੁਲਾ ਦਿੱਤਾ ਕਿ ਮੇਰੇ ਮਾਂ ਪਿਓ ਨੇ ਜੋ ਖੱਟਿਆ ਕਮਾਇਆ ਸੀ, ਸਾਰਾ ਕੁਝ ਮੇਰੀ ਪੜ੍ਹਾਈ ਤੇ ਲਗਾਇਆ ਹੈ, ਸਾਰਾ ਕੁਝ ਮੇਰੇ ਕਾਰੋਬਾਰ ਤੇ ਲਗਾ ਦਿੱਤਾ। ਅੱਜ ਉਹਨਾਂ ਦੇ ਕੋਲ ਮੇਰੇ ਤੋਂ ਬਿਨਾਂ ਕੋਈ ਦੂਜਾ ਸਹਾਰਾ ਨਹੀਂ ਹੈ। ਪਾਪੀ ਨੇ ਸਾਰਾ ਕੁਝ ਭੁਲਾ ਦਿੱਤਾ। ਤੇ ਭਾਈ ਸਾਹਿਬ ਕਹਿੰਦੇ, ਵੱਖ ਹੋਵੇ ਪੁੱਤ ਰੰਨ ਲੈ, ਮਾਂ ਪਿਓ ਦੇ ਉਪਕਾਰ ਵਿਸਾਰੇ, ਲੋਕਾਚਾਰ ਹੋਏ ਵੱਡੇ ਕੁਚਾਰੇ। ਕਹਿੰਦੇ ਵੇਖੋ, ਇਹ ਹੁਣ ਸੰਸਾਰ ਦੀ ਇੱਕ ਖੋਟੀ ਚਾਲ ਨਵੀਂ ਚੱਲ ਪਈ ਹੈ, ਜਿੱਥੇ ਮਾਂ ਪਿਓ ਨੂੰ ਔਲਾਦਾਂ ਧੱਕੇ ਦੇਣ ਲੱਗ ਪਈਆਂ ਹਨ। ਮਾਂ ਪਿਓ ਦੇ ਨਾਲ ਮਾੜਾ ਵਿਹਾਰ ਹੋ ਰਿਹਾ ਹੈ, ਮਾਂ ਪਿਓ ਨੂੰ ਦੁਰਕਾਰਿਆ ਤੇ ਫਿਟਕਾਰਿਆ ਜਾ ਰਿਹਾ ਹੈ। ਇਹ ਸਾਡੇ ਸਮਾਜ ਦਾ ਇੱਕ ਬਹੁਤ ਵੱਡਾ ਕਲੰਕ ਹੈ। ਕੁਝ ਐਸੇ ਕਲੰਕ ਨੇ ਜਿਹੜੇ ਸਾਡੇ ਸਮਾਜ ਨੂੰ ਲੱਗੇ, ਸਾਨੂੰ ਲੱਗੇ ਹੋਏ ਹਨ। ਧੀਆਂ ਨੂੰ ਮਾਰਨ ਦਾ ਇੱਕ ਵੱਡਾ ਕਲੰਕ, ਥਾਂ ਥਾਂ ਤੇ ਖੁੱਲੇ ਹੋਏ ਬਿਰਧ ਆਸ਼ਰਮ ਸਾਡੇ ਸਮਾਜ ਦਾ ਇੱਕ ਬਹੁਤ ਵੱਡਾ ਕਲੰਕ ਹਨ। ਸਾਡੇ ਤੇ ਬੜਾ ਵੱਡਾ ਕਲੰਕ ਹੈ। ਜਿਹੜੇ ਮਾਂ ਪਿਓ ਔਲਾਦ ਖਾਤਰ, ਇੱਕ ਤੇ ਹੈ ਗਰੀਬ ਹੈ ਬੰਦਾ, ਪਰ ਕਦਰੇ ਬਿਰਧ ਆਸ਼ਰਮਾਂ 'ਚ ਜਾ ਕੇ ਵੇਖੋ, ਵੱਡੇ ਵੱਡੇ ਅਮੀਰ ਤੋਂ ਅਮੀਰ ਲੋਕ, ਘਰ 'ਚ ਹਜ਼ਾਰਾਂ ਤਰ੍ਹਾਂ ਦੇ ਪਦਾਰਥ ਮੌਜੂਦ ਹਨ, ਕਿੰਨੀਆਂ ਗੱਡੀਆਂ ਮੌਜੂਦ ਹਨ। ਆਪਣੇ ਖਾਣ ਦੇ ਲਈ ਤੇ ਖਾਣਿਆਂ ਦਾ ਮੇਜ਼ ਭਰਿਆ ਹੁੰਦਾ ਹੈ, ਪਰ ਮਾਂ ਪਿਓ ਦੇ ਲਈ 2 ਗਰਾਈਆਂ ਦੇਣ ਦੀ ਉਹਨਾਂ ਦੇ ਕੋਲ ਹਿੰਮਤ ਨਹੀਂ ਹੈ। ਇਹ ਸਾਡੇ ਲਈ ਇੱਕ ਕਲੰਕ ਹੈ। ਇਦੋਂ ਅੱਗੇ ਫਿਰ ਭਾਈ ਗੁਰਦਾਸ ਸਾਹਿਬ ਜੀ ਨੇ ਚੌਥੀ ਪੌੜੀ 'ਚ ਇਹ ਦੱਸਿਆ ਹੈ ਕਿ ਜਿਹੜਾ ਬੰਦਾ ਮਾਂ ਪਿਓ ਨੂੰ ਛੱਡ ਰਿਹਾ ਹੈ, ਉਹ ਜਿੰਨੇ ਮਰਜ਼ੀ ਬਾਹਰੋਂ ਧਰਮ ਕਰਮ ਕਰ ਲਵੇ, ਜੋ ਮਰਜ਼ੀ ਕਰ ਲਵੇ, ਉਹਦਾ ਕੋਈ ਕੰਮ ਲੇਖੇ ਨਹੀਂ ਜੇ। ਜਿਹਨੇ ਮਾਂ ਪਿਓ ਦੀ ਸੇਵਾ ਨਹੀਂ ਕੀਤੀ ਹੈ, ਗੁਰੂ ਦੀ ਆਵਾਜ਼ ਭਾਵੇਂ ਉਹ ਸੁਣਦਾ ਹੋਵੇ ਜੀ, ਗੁਰੂ ਇੱਦਾਂ ਕਹਿੰਦਾ, ਬੜੀਆਂ ਦੂਜਿਆਂ ਨੂੰ ਸਿੱਖਿਆਵਾਂ ਦਿੰਦਾ ਹੋਵੇ, ਤੇ ਜੇ ਘਰ ਬਾਪੂ ਆਵਾਜ਼ ਦੇ ਕੇ ਪਾਣੀ ਮੰਗ ਰਿਹਾ, ਜਿਹੜਾ ਬਾਪੂ ਦੀ ਆਵਾਜ਼ ਸੁਣ ਕੇ ਪਾਣੀ ਦੇਣ ਦੇ ਲਈ ਬਾਪੂ ਨੂੰ ਤਿਆਰ ਨਹੀਂ, ਜਿੰਨੀਆਂ ਮਰਜ਼ੀ ਛਬੀਲਾਂ ਲਾ ਲਵੇ, ਉਹਦੀ ਸੇਵਾ ਕਿਸੇ ਲੇਖੇ ਨਹੀਂ ਹੈ। ਜਿੰਨਾ ਮਰਜ਼ੀ ਲੰਗਰ ਵਰਤਾ ਦੇਵੇ, ਜਿਹਨੇ ਮਾਂ ਪਿਓ ਦੇ ਮੁੱਖ 'ਚ ਗਰਾਈ ਨਹੀਂ ਪਾਈ, ਉਹਦੀ ਕੀਤੀ ਹੋਈ ਕੋਈ ਸੇਵਾ ਕਿਸੇ ਥਾਵੇਂ ਪ੍ਰਵਾਨ ਨਹੀਂ ਹੁੰਦੀ ਹੈ। ਇਹ ਵਿਚਾਰ ਅੱਗੇ ਭਾਈ ਗੁਰਦਾਸ ਸਾਹਿਬ ਨੇ ਜਿਵੇਂ ਸਾਨੂੰ ਸਮਝਾਈ ਹੈ, ਕੱਲ੍ਹ ਦੇ ਦੀਵਾਨਾਂ 'ਚ ਆਪਾਂ ਉਹ ਸਾਂਝੀ ਕਰਾਂਗੇ। ਸਾਰੀ ਵਿਚਾਰ ਪਿੱਛੇ ਕਾਰਨ ਮਨੋਰਥ ਇਹੀ ਹੈ ਕਿ ਜੋ ਸਾਡੇ ਜੀਵਨ ਅੰਦਰ ਗਿਰਾਵਟਾਂ ਆਉਂਦੀਆਂ ਪਈਆਂ ਨੇ, ਸਾਡੇ ਘਰਾਂ ਪਰਿਵਾਰਾਂ ਦਾ ਮਾਹੌਲ ਜਿਹੜਾ ਵਿਗੜ ਰਿਹਾ ਹੈ, ਆਪਾਂ ਉਹਨੂੰ ਸੰਭਾਲੀਏ, ਆਪਣੇ ਫਰਜ਼ਾਂ ਪ੍ਰਤੀ, ਆਪਣੀ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਹੋਈਏ। ਜੇ ਅਸੀਂ ਮਾਤਾ ਪਿਤਾ ਹਾਂ ਤੇ ਜੋ ਸਾਡੀ ਔਲਾਦ ਪ੍ਰਤੀ ਸਾਡੇ ਫਰਜ਼ ਬਣਦੇ ਨੇ ਉਹ ਸੰਭਾਲੀਏ, ਤੇ ਜੇ ਆਪਾਂ ਬੱਚੇ ਹਾਂ ਤੇ ਜੋ ਸਾਡੇ ਮਾਤਾ ਪਿਤਾ ਪ੍ਰਤੀ ਫਰਜ਼ ਨੇ, ਜ਼ਿੰਮੇਵਾਰੀਆਂ ਨੇ, ਉਹਨਾਂ ਨੂੰ ਨਿਭਾਈਏ। ਇਹਦੇ ਨਾਲ ਸਾਡੇ ਘਰਾਂ ਪਰਿਵਾਰਾਂ ਦਾ ਮਾਹੌਲ ਵੀ ਸੋਹਣਾ ਬਣੇਗਾ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਵੀ ਮਿਲਣਗੀਆਂ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।